ਰਾਜੀਵ ਲੱਕੜੀ ਤੋਂ ਬਣਨ ਵਾਲੇ ਘਰ ਦੇ ਸਮਾਨ ਨੂੰ ਤਿਆਰ ਕਰਿਆ ਕਰਦਾ ਸੀ। ਆਪਣੇ ਪਿੰਡ 'ਚ ਉਹ ਪਹਿਲਾ ਹੀ ਬੰਦਾ ਸੀ ਜੋ ਇਸ ਤਰ੍ਹਾਂ ਦਾ ਕੰਮ ਕਰਿਆ ਕਰਦਾ ਸੀ। ਦੂਰ ਦੂਰ ਤੱਕ ਉਹਦੇ ਕੋਲ ਲੋਕ ਆਪਣੇ ਘਰ ਦੀ ਨਵੀਂ ਚੀਜ਼ਾਂ ਬਣਵਾਉਣ ਆਇਆ ਕਰਦੇ ਸੀ। ਰਾਜੀਵ ਦਾ ਕੰਮ ਕਾਫੀ ਸਹੀ ਚੱਲਦਾ ਪਿਆ ਸੀ। ਉਹਨੂੰ ਕਿਸੇ ਵੀ ਚੀਜ਼ ਦੀ ਕੋਈ ਲੋੜ ਨਹੀਂ ਸੀ। ਆਪਣੇ ਕੰਮ 'ਚ ਸਫਲ ਹੋਣ ਦੇ ਕਾਰਨ ਕੋਈ ਵੀ ਉਹਦੇ ਅੱਗੇ ਟਿਕ ਨਹੀਂ ਪਾਉਂਦਾ ਸੀ। ਕਈ ਦਿਨ ਤਾਂ ਖੁਸ਼ੀ ਇਸੇ ਤਰ੍ਹਾਂ ਬਤੀਤ ਹੁੰਦੇ ਗਏ, ਪਰ ਇੱਕ ਦਿਨ ਕੁਝ ਅਜਿਹਾ ਹੋਇਆ ਜਿਹਦੇ ਨਾਲ ਰਾਜੀਵ ਦੀ ਪੂਰੀ ਜ਼ਿੰਦਗੀ ਬਦਲ ਗਈ। ਅਚਾਨਕ ਲੱਗੀ ਜੰਗਲ ਦੀ ਅੱਗ 'ਚ ਉਹਦੀ ਦੁਕਾਨ ਵੀ ਜਲ ਕੇ ਰਾਖ ਹੋ ਗਈ। ਲੱਕੜੀ ਦਾ ਕੰਮ ਹੋਣ ਦੀ ਵਜ੍ਹਾ ਨਾਲ ਰਾਜੀਵ ਦੀ ਦੁਕਾਨ ਜੰਗਲ ਦੇ ਕੋਲ ਹੀ ਸੀ, ਜਿਹਦੀ ਵਜ੍ਹਾ ਨਾਲ ਉਹਦੀ ਦੁਕਾਨ ਵੀ ਇਸ ਅੱਗ ਦੀ ਚਪੇਟ 'ਚ ਆ ਗਈ। ਇਸ ਗੱਲ ਤੋਂ ਪਰੇਸ਼ਾਨ ਹੁੰਦੇ ਹੋਏ ਰਾਜੀਵ ਨੂੰ ਸਮਝ ਹੀ ਨਹੀਂ ਲੱਗਾ ਕਿ ਉਹ ਹੁਣ ਕਰੇ ਤਾਂ ਕਰੇ ਕੀ। ਹਾਏ ਓ ਰੱਬਾ, ਹੁਣ ਮੈਂ ਕੀ ਕਰਾਂ? ਮੇਰੀ ਜ਼ਿੰਦਗੀ ਭਰ ਦੀ ਰੋਜੀ ਰੋਟੀ ਤਾਂ ਇਹੀ ਸੀ। ਹੁਣ ਮੈਂ ਇਹ ਹਾਲਾਤਾਂ ਵਿੱਚ ਕੀ ਕਰਾਂਗਾ? ਕਿੱਥੋਂ ਮੈਂ ਫਿਰ ਤੋਂ ਆਪਣਾ ਸਾਰਾ ਕੰਮ ਦੁਬਾਰਾ ਚਲਾਵਾਂਗਾ? ਰਾਜੀਵ ਬਹੁਤ ਡਰਿਆ ਅਤੇ ਪਰੇਸ਼ਾਨ ਸੀ। ਸਮੇਂ ਦੇ ਇਸ ਢਾਏ ਹੋਏ ਹਾਲਾਤਾਂ ਨੂੰ ਉਹ ਕਿਸ ਤਰ੍ਹਾਂ ਬਰਦਾਸ਼ਤ ਕਰੇ, ਉਹਨੂੰ ਸਮਝ ਹੀ ਨਹੀਂ ਲੱਗ ਰਿਹਾ ਸੀ। ਉਦਾਸੀ ਭਰੇ ਮਨ ਤੋਂ ਰਾਜੀਵ ਜਦੋਂ ਆਪਣੇ ਘਰ ਗਿਆ ਤੇ ਉਹਦੀ ਵਹੁਟੀ ਸੁਨੈਨਾ ਨੇ ਉਹਨੂੰ ਕਿਹਾ, ਵੇਖੋ, ਸਾਡੇ ਤੇ ਬਹੁਤ ਵੱਡੀ ਮੁਸੀਬਤ ਆਈ ਹੈ, ਪਰ ਇਸ ਬੁਰੇ ਸਮੇਂ 'ਚ ਹਿੰਮਤ ਅਤੇ ਸਬਰ ਨਾਲ ਮਿਲ ਕੇ ਹੀ ਅਸੀਂ ਇਸ ਸਮੱਸਿਆ ਨੂੰ ਸੁਲਝਾਵਾਂਗੇ। ਤੁਸੀਂ ਬਸ ਸਬਰ ਰੱਖੋ। ਇਸ ਪਰੇਸ਼ਾਨੀ ਵਿੱਚ ਮੈਂ ਕਿਵੇਂ ਸਬਰ ਕਰਾਂ ਕਿ ਮੇਰਾ ਜੋ ਵੀ ਸੀ ਬਸ ਦੁਕਾਨ ਹੀ ਸੀ। ਉਹਦੇ ਜਲਣ ਤੋਂ ਬਾਅਦ ਅਸੀਂ ਕਿਵੇਂ ਆਪਣੀ ਰੋਜੀ ਰੋਟੀ ਚਲਾਵਾਂਗੇ? ਕੁਝ ਨਾ ਕੁਝ ਜ਼ਰੂਰ ਉਪਾਅ ਨਿਕਲੂਗਾ। ਤੁਸੀਂ ਬਸ ਹੁਣੇ ਸ਼ਾਂਤ ਹੋ ਜਾਓ। ਰਾਜੀਵ ਤੋਂ ਹੁਣ ਸਬਰ ਨਹੀਂ ਹੋ ਰਿਹਾ ਸੀ। ਪਤਨੀ ਦੇ ਸਮਝਾਉਣ ਤੇ ਉਹਨੇ ਆਪਣੇ ਮਨ ਤੇ ਕਾਬੂ ਕੀਤਾ ਅਤੇ ਚਿੰਤਾ ਨੂੰ ਆਪਣੇ ਮਨ ਤੋਂ ਕੱਢਣ ਦੀ ਕੋਸ਼ਿਸ਼ ਕੀਤੀ। ਕਈ ਦਿਨਾਂ ਤੱਕ ਰਾਜੀਵ ਅਤੇ ਉਹਦੀ ਪਤਨੀ ਆਪ ਤੇ ਆਈ ਇਸ ਬਲਾ ਤੋਂ ਨਿਪਟਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਦੋਨਾਂ ਨੂੰ ਸਿਰਫ ਔਰ ਸਿਰਫ ਨਿਰਾਸ਼ਾ ਹੀ ਹੱਥ ਲੱਗੀ। ਘਰ ਦੀ ਜੀਵਿਕਾ ਨੂੰ ਚਲਾਉਣ ਵਾਲੇ ਇੱਕਮਾਤਰ ਸਾਧਨ ਦਾ ਚੰਦ ਮਿੰਟਾਂ 'ਚ ਖਤਮ ਹੋ ਜਾਣਾ ਰਾਜੀਵ ਅਤੇ ਸੁਨੈਨਾ ਦੀ ਪਰਿਸਥਿਤੀ ਤੇ ਬਹੁਤ ਪ੍ਰਭਾਵ ਪਾ ਰਿਹਾ ਸੀ। ਇੱਕ ਦਿਨ ਅਚਾਨਕ ਸੁਨੈਨਾ ਦੀ ਤਾਈ ਉਹਨੂੰ ਮਿਲਣ ਆਈ, ਪਰ ਸੁਨੈਨਾ ਦੀ ਹਾਲਤ ਖਰਾਬ ਵੇਖ ਉਹਦੀ ਤਾਈ ਬਹੁਤ ਹੀ ਦੁਖੀ ਹੋਈ, ਜਿਹਦੇ ਬਾਅਦ ਉਹਨਾਂ ਨੇ ਕਿਹਾ, ਪੁੱਤ, ਜੇ ਇੰਨੇ ਹੀ ਬੁਰੇ ਹਾਲਾਤ ਸੀ ਤੇ ਮੈਨੂੰ ਇੱਕ ਵਾਰ ਦੱਸਤਾ ਦੇਣਾ ਸੀ। ਮੈਂ ਕੱਲੀ ਬੁੜੀ ਨੇ ਤੇਰੇ ਕਦੋਂ ਕੰਮ ਆਣਾ ਸੀ। ਅੱਛਾ, ਤੁਸੀਂ ਦੋਨੋਂ ਇੱਕ ਕੰਮ ਕਰੋ। ਤੁਹਾਡੀ ਦਾਦੀ ਦੇ ਉੱਥੇ ਮੇਰੀ ਇੱਕ ਕੋਠੀ ਹੈ ਜੋ ਕਿ ਪੂਰੀ ਖਾਲੀ ਪਈ ਹੈ। ਤੁਸੀਂ ਕੁਝ ਦਿਨ ਉੱਥੇ ਜਾ ਕੇ ਆਰਾਮ ਨਾਲ ਰਹਿ ਸਕਦੇ ਹੋ। ਕੰਮ ਦੀ ਪਰਵਾਹ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਉੱਥੇ ਤੁਹਾਨੂੰ ਸਾਰਾ ਕੁਝ ਹਾਜ਼ਰ ਮਿਲੂਗਾ। ਪਰ ਕਿਵੇਂ? ਕਿਉਂਕਿ ਉੱਥੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ। ਤੇ ਤਾਈ, ਤੁਸੀਂ ਕਿਉਂ ਨਹੀਂ ਉੱਥੇ ਰਹਿੰਦੇ? ਉਹ ਪੁੱਤ, ਮੈਨੂੰ ਤਾਂ ਇੱਥੇ ਹੀ ਰਹਿਣਾ ਪਸੰਦ ਹੈ, ਇਸ ਲਈ ਮੈਂ ਉੱਥੇ ਨਹੀਂ ਜਾਂਦੀ। ਤਾਈ ਦੀ ਗੱਲ ਸੁਣ ਕੇ ਸੁਨੈਨਾ ਮੰਨ ਗਈ ਅਤੇ ਜਾ ਕੇ ਰਾਜੀਵ ਨੂੰ ਸਾਰੀ ਗੱਲ ਦੱਸੀ। ਰਾਜੀਵ ਨੇ ਸਾਰੀ ਗੱਲ ਸੁਣਨ ਤੋਂ ਬਾਅਦ ਰਾਜੀਵ ਨੇ ਤਾਈ ਦੇ ਉੱਥੇ ਜਾਣ ਦੇ ਲਈ ਹਾਂ ਕਹਿ ਦਿੱਤਾ। ਅਗਲੇ ਹੀ ਦਿਨ ਸਾਰੀ ਤਿਆਰੀ ਤੋਂ ਬਾਅਦ ਦੋਨੋਂ ਹੀ ਤਾਈ ਦੀ ਕੋਠੀ ਵੱਲ ਨਿਕਲ ਗਏ। ਕਈ ਘੰਟਿਆਂ ਦੇ ਸਫ਼ਰ ਤੋਂ ਬਾਅਦ ਦੋਨੋਂ ਕੋਠੀ ਦੇ ਕੋਲ ਪਹੁੰਚ ਗਏ। ਕੋਠੀ ਨੂੰ ਬਾਹਰੋਂ ਵੇਖ ਕੇ ਤਾਂ ਏਦਾਂ ਲੱਗ ਰਿਹਾ ਸੀ ਜਿਵੇਂ ਕਈ ਸਾਲਾਂ ਤੋਂ ਉੱਥੇ ਕੋਈ ਨਾ ਆਇਆ ਹੋਏ। ਨਾਲ ਹੀ ਕੋਠੀ ਦੇ ਨੇੜੇ ਤੇੜੇ ਕੋਈ ਵਿਖ ਵੀ ਨਹੀਂ ਰਿਹਾ ਸੀ। ਥਕੇ ਹਾਰੇ ਰਾਜੀਵ ਅਤੇ ਸੁਨੈਨਾ ਕੋਠੀ ਦੇ ਅੰਦਰ ਨੂੰ ਜਾਣ ਲੱਗੇ। ਜਿਵੇਂ ਹੀ ਉਹ ਅੰਦਰ ਪਹੁੰਚੇ, ਉੱਥੇ ਦਾ ਨਜ਼ਾਰਾ ਵੇਖ ਕੇ ਦੋਨਾਂ ਦੀ ਅੱਖਾਂ ਖੁੱਲੀਆਂ ਦੇ ਖੁੱਲੀਆਂ ਰਹਿ ਗਈਆਂ। ਹੈਂ, ਇਹ ਕੀ ਹੋ ਰਿਹਾ ਹੈ? ਮੈਨੂੰ ਵੀ ਸਮਝ ਨਹੀਂ ਆ ਰਿਹਾ ਹੈ। ਆਪਣੇ ਘਰ ਦੇ ਸਾਰੇ ਸਮਾਨ ਨੂੰ ਉੱਡਦਾ ਹੋਇਆ ਵੇਖ ਦੋਨਾਂ ਨੂੰ ਬਹੁਤ ਹੈਰਾਨੀ ਹੋਈ। ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਇੱਥੇ ਕਿਸ ਤਰ੍ਹਾਂ ਦਾ ਜਾਦੂ ਹੋ ਰਿਹਾ ਹੈ। ਦੋਨੋਂ ਡਰਦੇ ਹੋਏ ਅੰਦਰ ਤੱਕ ਗਏ, ਜਿੱਥੇ ਉਹਨਾਂ ਨੂੰ ਇੱਕ ਵੱਡਾ ਅਤੇ ਬਹੁਤ ਸੋਹਣਾ ਸੰਦੂਕ ਵਿਖਾਈ ਦਿੱਤਾ। ਇਹ ਸੰਦੂਕ ਤਾਂ ਬਹੁਤ ਸੋਹਣਾ ਹੈ। ਸਹੀ ਕਹਿ ਰਹੀ ਹੈ ਸੁਨੈਨਾ, ਇਹ ਅਸਲ 'ਚ ਬਹੁਤ ਹੀ ਜ਼ਿਆਦਾ ਸੋਹਣਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।
ਮੈਨੂੰ ਪਤਾ ਏ ਕਿ ਮੈਂ ਬਹੁਤ ਸੋਹਣਾ ਹਾਂ। ਸੰਦੂਕ 'ਚੋਂ ਆਵਾਜ਼ ਸੁਣ ਕੇ ਦੋਨੋਂ ਡਰ ਗਏ। ਰਾਜੀਵ ਅਤੇ ਸੁਨੈਨਾ ਨੂੰ ਡਰਦੇ ਹੋਏ ਵੇਖ ਸੰਦੂਕ ਨੇ ਕਿਹਾ, ਵੇਖੋ, ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ ਏ। ਮੈਂ ਇੱਕ ਜਾਦੂਈ ਸੰਦੂਕ ਹਾਂ ਤੇ ਮੈਂ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਕਰਦਾ ਹਾਂ। ਜਾਦੂਈ ਸੰਦੂਕ? ਹਾਂ, ਲੱਗਦਾ ਏ ਰਾਧਾ ਜੀ ਨੇ ਤੁਹਾਨੂੰ ਦੋਨਾਂ ਨੂੰ ਕਿਸੇ ਮਕਸਦ ਦੇ ਨਾਲ ਇੱਥੇ ਭੇਜਿਆ ਏ। ਰਾਧਾ ਤਾਈ ਦੇ ਬਾਰੇ ਤੁਸੀਂ ਜਾਣਦੇ ਹੋ? ਹਾਂ, ਇੱਕ ਉਹੀ ਤਾਂ ਏ ਜਿਨ੍ਹਾਂ ਨੇ ਮੈਨੂੰ ਸਹਾਰਾ ਦਿੱਤਾ। ਉਹ ਉਹਨਾਂ ਨੂੰ ਹੀ ਇੱਥੇ ਭੇਜਦੀ ਏ ਜਿਨ੍ਹਾਂ ਨੂੰ ਮਦਦ ਦੀ ਬਹੁਤ ਲੋੜ ਹੁੰਦੀ ਏ। ਰਾਜੀਵ, ਤਾਈ ਨੂੰ ਸਾਡੇ ਹਾਲਾਤਾਂ ਬਾਰੇ ਪਤਾ ਚੱਲ ਗਿਆ ਸੀ। ਲੱਗਦਾ ਹੈ ਐਸੇ ਲਈ ਉਹਨਾਂ ਨੇ ਸਾਨੂੰ ਇੱਥੇ ਭੇਜਿਆ ਹੈ। ਉਹ ਐਸੇ ਲਈ ਸਾਰਿਆਂ ਨੂੰ ਇੱਥੇ ਭੇਜਦੀ ਹੈ ਕਿ ਜਿਨ੍ਹਾਂ ਨੂੰ ਮਦਦ ਦੀ ਲੋੜ ਏ ਉਹਨਾਂ ਨੂੰ ਮਦਦ ਮਿਲ ਸਕੇ। ਤੁਸੀਂ ਕਿਸ ਤਰ੍ਹਾਂ ਦੀ ਮਦਦ ਕਰਦੇ ਹੋ? ਤੁਸੀਂ ਜੋ ਬੋਲੋਗੇ ਉਹ ਮੈਂ ਆਪਣੀ ਸ਼ਕਤੀ ਦੇ ਨਾਲ ਲਿਆ ਕੇ ਤੁਹਾਨੂੰ ਦੇ ਸਕਦਾ। ਕੀ ਸੱਚੀ? ਤੁਸੀਂ ਮੰਗੋ ਤਾਂ ਸਹੀ। ਅਸੀਂ ਬਹੁਤ ਥੱਕੇ ਹੋਏ ਹਾਂ। ਕੀ ਤੁਸੀਂ ਸਾਨੂੰ ਖਾਣ ਨੂੰ ਕੁਝ ਲਿਆ ਕੇ ਦੇ ਸਕਦੇ ਹੋ? ਰਾਜੀਵ ਦੇ ਕਹਿਣ ਤੇ ਸੰਦੂਕ ਨੇ ਉੱਥੇ ਅਲੱਗ-ਅਲੱਗ ਪ੍ਰਕਾਰ ਦੇ ਖਾਣੇ ਦਾ ਇੰਤਜ਼ਾਮ ਕਰ ਦਿੱਤਾ, ਜਿਨ੍ਹਾਂ ਨੂੰ ਵੇਖ ਕੇ ਦੋਨਾਂ ਦੇ ਹੋਸ਼ ਉੱਡ ਗਏ। ਉੱਥੇ ਹੀ ਭੁੱਖ ਨਾਲ ਪਰੇਸ਼ਾਨ ਦੋਨੋਂ ਮੀਆਂ ਬੀਬੀ ਨੇ ਪਹਿਲੇ ਭੋਜਨ ਖਾਣਾ ਹੀ ਸਹੀ ਸਮਝਿਆ। ਪੇਟ ਪੂਜਾ ਕਰਨ ਤੋਂ ਬਾਅਦ ਰਾਜੀਵ ਨੇ ਸੰਦੂਕ ਤੋਂ ਹੋਰ ਕੁਝ ਮੰਗਣ ਬਾਰੇ ਵੀ ਸੋਚਿਆ। ਸਾਡੇ ਉੱਤੇ ਬਹੁਤ ਵੱਡੀ ਮੁਸੀਬਤ ਆ ਖੜੀ ਹੋਈ ਹੈ। ਮੇਰੀ ਦੁਕਾਨ, ਜੋ ਸਾਡੇ ਜੀਣ ਦਾ ਇੱਕਮਾਤਰ ਸਾਧਨ ਸੀ, ਉਹ ਜਲ ਕੇ ਸਵਾਹ ਹੋ ਗਈ। ਜੇ ਤੁਸੀਂ ਉਹਨੂੰ ਵਾਪਸ ਕਰਨ 'ਚ ਮੇਰੀ ਮਦਦ ਕਰੋ ਤੇ ਤੁਹਾਡਾ ਬਹੁਤ ਵੱਡਾ ਅਹਿਸਾਨ ਹੋਊਗਾ। ਜੋ ਚਲਾ ਗਿਆ ਉਹ ਦੁਬਾਰਾ ਵਾਪਸ ਨਹੀਂ ਆ ਸਕਦਾ, ਪਰ ਉਹਨੂੰ ਫਿਰ ਤੋਂ ਸ਼ੁਰੂ ਕਰਕੇ ਅਸੀਂ ਦੁਬਾਰਾ ਉਸ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ। ਕੀ ਮਤਲਬ? ਮੈਂ ਦੁਕਾਨ ਤਾਂ ਵਾਪਸ ਨਹੀਂ ਲਿਆ ਸਕਦਾ, ਪਰ ਹਾਂ, ਉਹਦੇ ਨਾਲ ਜੁੜੇ ਸਾਰੇ ਸਾਧਨ ਤੁਹਾਨੂੰ ਦੇ ਸਕਦਾ ਹਾਂ, ਤਾਂ ਕਿ ਫਿਰ ਤੋਂ ਸ਼ੁਰੂਆਤ ਕਰ ਤੁਸੀਂ ਫਿਰ ਤੋਂ ਆਪਣੇ ਕੰਮ ਨੂੰ ਅੱਗੇ ਵਧਾ ਸਕੋ। ਇਹ ਸੁਣ ਕੇ ਰਾਜੀਵ ਬਹੁਤ ਖੁਸ਼ ਹੋਇਆ। ਉਹਨਾਂ ਨੇ ਸੰਦੂਕ ਨੂੰ ਹਾਂ ਕਹਿ ਦਿੱਤੀ, ਜਿਹਦੇ ਬਾਅਦ ਸੰਦੂਕ ਨੇ ਆਪਣੀ ਜਾਦੂਈ ਸ਼ਕਤੀ ਨਾਲ ਰਾਜੀਵ ਨੂੰ ਸਾਰੇ ਉਪਕਰਨ ਤੇ ਸਾਰਾ ਸਮਾਨ ਦੇ ਦਿੱਤਾ। ਇਹ ਵੇਖ ਕੇ ਸੁਨੈਨਾ ਅਤੇ ਰਾਜੀਵ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਸੀ। ਪਰ ਹੁਣ ਵੀ ਇੱਕ ਸਮੱਸਿਆ ਸੀ। ਮੈਂ ਇਹ ਸਾਰਾ ਸਮਾਨ ਆਪਣੇ ਪਿੰਡ ਕਿਵੇਂ ਲੈ ਕੇ ਜਾਵਾਂਗਾ? ਇਹਨੂੰ ਕਿਤੇ ਲੈ ਜਾਣ ਦੀ ਕੋਈ ਲੋੜ ਨਹੀਂ। ਇੱਥੇ ਆਇਓ ਤੇ ਇੱਥੋਂ ਹੀ ਆਪਣੀ ਨਵੀਂ ਸ਼ੁਰੂਆਤ ਕਰੋ। ਰਾਜੀਵ ਗੱਲ ਸਮਝ ਗਿਆ ਅਤੇ ਉਹਨੇ ਉੱਥੋਂ ਆਪਣੇ ਨਵੇਂ ਕੰਮ ਦੀ ਸ਼ੁਰੂਆਤ ਕਰ ਦਿੱਤੀ। ਦਿਨ ਲੰਘੇ, ਹਫ਼ਤੇ ਬੀਤ ਗਏ ਅਤੇ ਮਹੀਨੇ ਵੀ ਪਲ ਭਰ ਦੀ ਤਰ੍ਹਾਂ ਲੰਘ ਗਏ। ਰਾਜੀਵ ਦੇ ਤਜਰਬੇ ਅਤੇ ਸਾਲਾਂ ਦੀ ਮਿਹਨਤ ਨੂੰ ਰੰਗ ਲੱਗਣ 'ਚ ਜ਼ਿਆਦਾ ਸਮਾਂ ਨਹੀਂ ਲੱਗਾ। ਕੁਝ ਹੀ ਸਮਾਂ 'ਚ ਉਹਨਾਂ ਦਾ ਕੰਮ ਚੱਲਣਾ ਸ਼ੁਰੂ ਹੋ ਗਿਆ। ਸੁਨੈਨਾ ਅਤੇ ਰਾਜੀਵ ਇਹ ਵੇਖ ਕੇ ਬਹੁਤ ਖੁਸ਼ ਸੀ, ਜਿਹਦੇ ਬਾਅਦ ਦੋਨਾਂ ਨੇ ਸੰਦੂਕ ਨੂੰ ਮਦਦ ਕਰਨ ਦੇ ਲਈ ਧੰਨਵਾਦ ਕੀਤਾ। ਇਹ ਮੇਰਾ ਫਰਜ਼ ਸੀ ਜੋ ਮੈਂ ਨਿਭਾ ਦਿੱਤਾ। ਇਹਦੇ ਬਾਅਦ ਰਾਜੀਵ ਅਤੇ ਸੁਨੈਨਾ ਨੇ ਉੱਥੋਂ ਦੀ ਜਾਣ ਦੇ ਲਈ ਸੰਦੂਕ ਤੋਂ ਇਜਾਜ਼ਤ ਮੰਗੀ। ਇਹ ਸੁਣ ਕੇ ਸੰਦੂਕ ਨੇ ਕਿਹਾ ਕਿ ਤੁਸੀਂ ਜਦੋਂ ਤੱਕ ਚਾਹੋ ਇੱਥੇ ਰਹਿ ਸਕਦੇ ਹੋ। ਤੁਹਾਨੂੰ ਜੋ ਚਾਹੀਦਾ ਹੋਊਗਾ ਉਹ ਮੈਂ ਤੁਹਾਨੂੰ ਆਪਣੀ ਜਾਦੂਈ ਸ਼ਕਤੀ ਨਾਲ ਲਿਆ ਕੇ ਦਵਾਂਗਾ। ਜਿਹਦੇ ਬਾਅਦ ਜਵਾਬ ਦਿੰਦੇ ਹੋਏ ਰਾਜੀਵ ਨੇ ਕਿਹਾ ਕਿ ਉਹਨਾਂ ਨੂੰ ਜੋ ਚਾਹੀਦਾ ਹੈ ਉਹ ਉਹਨਾਂ ਨੂੰ ਮਿਲ ਗਿਆ। ਉਹਨਾਂ ਨੂੰ ਜੋ ਅੱਗੇ ਚਾਹੀਦਾ ਹੋਊਗਾ ਉਹ ਆਪ ਆਪਣੀ ਮਿਹਨਤ ਨਾਲ ਉਹਨੂੰ ਹਾਸਿਲ ਕਰਨਗੇ। ਇਹ ਸੁਣ ਕੇ ਸੰਦੂਕ ਬਹੁਤ ਖੁਸ਼ ਹੋਇਆ ਅਤੇ ਉਹਨੇ ਕਿਹਾ, ਆਖਰਕਾਰ ਮੇਰੀ ਤਪੱਸਿਆ ਪੂਰੀ ਹੋਈ। ਹੁਣ ਮੈਂ ਆਜ਼ਾਦ ਹੋ ਸਕਦਾ ਹਾਂ। ਇਹ ਗੱਲ ਉਹਨਾਂ ਨੂੰ ਥੋੜੀ ਅਜੀਬ ਲੱਗੀ ਤੇ ਉਹਨਾਂ ਨੇ ਸੰਦੂਕ ਨੂੰ ਇਹਦਾ ਮਤਲਬ ਪੁੱਛਿਆ, ਜਿਹਦਾ ਜਵਾਬ ਦੇਣ ਦੇ ਲਈ ਸੰਦੂਕ 'ਚੋਂ ਇੱਕ ਆਤਮਾ ਨਿਕਲੀ। ਮੈਂ ਕਈ ਸਾਲਾਂ ਤੋਂ ਇਸ ਸੰਦੂਕ ਦੇ ਵਿੱਚ ਕੈਦ ਸੀ। ਇੱਕ ਅਘੋਰੀ ਬਾਬਾ ਦਾ ਮਜ਼ਾਕ ਉਡਾਉਣ ਦੀ ਵਜ੍ਹਾ ਨਾਲ ਉਹਨਾਂ ਨੇ ਮੈਨੂੰ ਸ਼ਰਾਬ ਦੇ ਕੇ ਇਸ ਸੰਦੂਕ ਦੇ ਵਿੱਚ ਬੰਦ ਕਰ ਦਿੱਤਾ। ਕਿਉਂਕਿ ਮੈਂ ਇੱਕ ਆਤਮਾ ਸੀ, ਇਸ ਲਈ ਮੈਂ ਮਰ ਨਹੀਂ ਸਕਦਾ ਸੀ ਅਤੇ ਇਸ ਸ਼ਰਾਬ ਦੇ ਨਾਲ ਮੈਂ ਅਨੰਤ ਕਾਲ ਇੱਥੇ ਹੀ ਕੈਦ ਰਹਿੰਦਾ। ਜਦੋਂ ਮੈਂ ਉਹਨਾਂ ਨੂੰ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਉਹਨਾਂ ਨੇ ਇਸ ਸੰਦੂਕ ਨੂੰ ਜਾਦੂਈ ਬਣਾ ਦਿੱਤਾ ਅਤੇ ਕਿਹਾ ਕਿ ਜਦੋਂ ਕੋਈ ਇਹੋ ਜਿਹਾ ਬੰਦਾ ਇੱਥੇ ਆਏਗਾ ਜੋ ਬਿਨਾਂ ਕਿਸੇ ਲਾਲਚ ਦੇ
ਆਪਣੀ ਜ਼ਰੂਰਤ ਦੀ ਚੀਜ਼ ਪੂਰੀ ਕਰਕੇ ਇੱਥੋਂ ਚਲਾ ਜਾਵੇਗਾ, ਉਦੋਂ ਤੱਕ ਤੈਨੂੰ ਆਜ਼ਾਦੀ ਨਹੀਂ ਮਿਲੂਗੀ। 20 ਸਾਲ ਤੋਂ ਮੈਂ ਇੱਥੇ ਹੀ ਹਾਂ। ਜਿਹੜਾ ਵੀ ਬੰਦਾ ਇੱਥੇ ਆਇਆ, ਹਰ ਉਸ ਬੰਦੇ ਨੇ ਇਸ ਜਾਦੂਈ ਸੰਦੂਕ ਦੇ ਲਾਲਚ 'ਚ ਆ ਕੇ ਮੈਨੂੰ ਛੱਡਣ ਲਈ ਮਨਾ ਕੀਤਾ ਏ। ਤੁਸੀਂ ਪਹਿਲੇ ਤੇ ਅਖੀਰਲੇ ਬੰਦੇ ਹੋ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਦੇ ਮੇਰਾ ਉਪਯੋਗ ਕੀਤਾ ਹੋਏ। ਕੀ ਇਹ ਸਭ ਤਾਈ ਨੂੰ ਪਹਿਲੇ ਤੋਂ ਹੀ ਪਤਾ ਸੀ? ਹਾਂ, ਤੁਹਾਡੀ ਤਾਈ ਇਹ ਸਭ ਜਾਣਦੀ ਸੀ। ਉਹਨਾਂ ਨੂੰ ਮੈਂ ਘਣੇ ਜੰਗਲ 'ਚ ਲੱਭਿਆ ਸੀ। ਜਿੱਥੇ ਮੈਂ ਆਪਣੇ ਨਾਲ ਬੀਤੀ ਉਹਨਾਂ ਨੂੰ ਦੱਸੀ। ਉਹਨਾਂ ਨੇ ਮੈਨੂੰ ਆਪਣੀ ਕੋਠੀ ਵਿੱਚ ਰਹਿਣ ਲਈ ਜਗ੍ਹਾ ਦਿੱਤੀ। ਉਹੀ ਹਰ ਵਾਰ ਮੇਰੀ ਆਜ਼ਾਦੀ ਦੀ ਆਸ਼ਾ 'ਚ ਲੋਕਾਂ ਨੂੰ ਇੱਥੇ ਭੇਜਦੀ ਸੀ ਅਤੇ ਅੱਜ ਉਹਨਾਂ ਦੀ ਇਹ ਮਿਹਨਤ ਰੰਗ ਲਿਆਈ। ਨਾਲ ਹੀ ਤੁਹਾਡੀ ਵੀ ਇਹ ਮਿਹਨਤ ਦਾ ਜਾਦੂਈ ਫਲ ਪ੍ਰਾਪਤ ਹੋਇਆ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਤੁਹਾਡੇ ਦੋਨਾਂ ਦੀ ਵਜ੍ਹਾ ਨਾਲ ਮੈਂ ਅੱਜ ਮੁਕਤ ਹੋ ਸਕਦਾ ਹਾਂ। ਉਸ ਆਤਮਾ ਨੇ ਦੋਨਾਂ ਨੂੰ ਅਲਵਿਦਾ ਕਿਹਾ ਅਤੇ ਉੱਥੋਂ ਦੀ ਚਲੀ ਗਈ। ਜਿਹਦੇ ਬਾਅਦ ਰਾਜੀਵ ਅਤੇ ਸੁਨੈਨਾ ਕੁਝ ਦਿਨ ਉੱਥੇ ਹੀ ਰਹਿਣ ਤੋਂ ਬਾਅਦ ਆਪਣੇ ਪਿੰਡ ਵਾਪਸ ਚਲੇ ਗਏ, ਜਿੱਥੇ ਰਾਜੀਵ ਨੇ ਆਪਣੇ ਕੰਮ ਦੀ ਦੂਜੀ ਬ੍ਰਾਂਚ ਉੱਥੇ ਹੀ ਖੋਲੀ। ਹੌਲੀ-ਹੌਲੀ ਮਿਹਨਤ ਨਾਲ ਰਾਜੀਵ ਅਤੇ ਸੁਨੈਨਾ ਆਪਣੇ ਕੰਮ 'ਚ ਵਾਧਾ ਕਰਦੇ ਰਹੇ ਅਤੇ ਐਸੀ ਤਰ੍ਹਾਂ ਦੋਨੋਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਬਿਤਾਉਣ ਲੱਗੇ।